नमस्कार, बहुत बहुत स्वागत है ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹਮਾਰੇ ਪਦਮ 'ਚ। ਤੁਹਾਡੇ ਨਾਲ ਮੈਂ ਆ ਮਮਤਾ ਚੋਪੜਾ। ਸਾਡੇ ਦੇਸ਼ 'ਚ ਇਸ ਤਰ੍ਹਾਂ ਦੇ ਕਈ ਵਿਰਲੇ ਲੋਕ ਨੇ ਜਿਹੜੇ ਆਪਣੇ ਕੰਮਾਂ ਨਾਲ ਦੇਸ਼ 'ਚ ਲਿਆ ਰਹੇ ਨੇ ਸਕਾਰਾਤਮਕ ਬਦਲਾਅ, ਜਿਨ੍ਹਾਂ ਦਾ ਆਪਣੀਆਂ ਜੜ੍ਹਾਂ ਨਾਲ ਜੁੜਾਵ, ਆਪਣੇ ਸੱਭਿਆਚਾਰ ਨਾਲ ਲਗਾਵ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਬੇਹੱਦ ਸ਼ਲਾਘਾਯੋਗ ਨੇ ਅਤੇ ਇਸੇ ਲਈ ਤਾਂ ਉਹ ਨੇ ਹਮਾਰੇ ਪਦਮ। ਕਿਉਂਕਿ ਸਮਾਂ ਬਦਲ ਚੁੱਕਾ ਹੈ ਅਤੇ ਹੁਣ ਆਮ ਲੋਕਾਂ ਦੇ ਅਸਧਾਰਨ ਕੰਮਾਂ ਨੂੰ ਵੀ ਪਹਿਚਾਣ ਮਿਲ ਰਹੀ ਹੈ ਅਤੇ ਦੇਸ਼ ਨੂੰ ਮਿਲ ਰਹੇ ਨੇ ਹਮਾਰੇ ਕਦਮ। ਕਿੰਨੇ ਖੂਬਸੂਰਤ ਹੈ ਨਾ ਮੁਖੌਟੇ। ਗੱਲ ਚਾਹੇ ਅਸੀਂ ਇਹਨਾਂ ਮੁਖੌਟਿਆਂ ਦੀ ਕਰੀਏ ਜਾਂ ਫਿਰ ਪਪੇਟਸ ਯਾਨੀ ਕਠਪੁਤਲੀ ਦੀ। ਸਾਡੇ ਦੇਸ਼ 'ਚ ਇਹਨਾਂ ਦੀ ਵਿਭਿੰਨਤਾ ਬਹੁਤ ਜ਼ਿਆਦਾ ਹੈ, ਲੇਕਿਨ ਸਮੇਂ ਦੇ ਨਾਲ-ਨਾਲ ਇਹਨਾਂ ਨੂੰ ਸਹਿਜਣਾ ਵੀ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਦੇ ਕਲਾਕਾਰ ਵੀ ਨੇ ਸਾਡੇ ਦੇਸ਼ 'ਚ ਜਿਹੜੇ ਆਪਣਾ ਪੂਰਾ ਜੀਵਨ ਇਸ ਕਠਪੁਤਲੀ ਕਲਾ ਨੂੰ ਹੀ ਸਮਰਪਿਤ ਕਰ ਚੁੱਕੇ ਨੇ। ਜਿਸ ਤਰ੍ਹਾਂ ਗੁਜਰਾਤ ਦੇ ਅਹਿਮਦਾਬਾਦ ਦੇ 91 ਸਾਲਾ ਕਠਪੁਤਲੀ ਕਲਾਕਾਰ ਮਹੀਪਤ ਕਵੀ। ਕਠਪੁਤਲੀ ਦੇ ਕਲਾਕਾਰ ਮਹੀਪਤ ਕਵੀ ਲਗਭਗ 1960 ਤੋਂ ਕਠਪੁਤਲੀ ਨਾਟ ਕਲਾ ਨੂੰ ਸਮਰਪਿਤ ਨੇ। 1975 ਚ ਅਹਿਮਦਾਬਾਦ ਚ ਪਪੇਟਸ ਐਂਡ ਪਲੇਜ਼ ਗਰੁੱਪ ਦੀ ਸਥਾਪਨਾ ਕੀਤੀ। 100 ਤੋਂ ਵੱਧ ਕਠਪੁਤਲੀ ਨਾਟਕ ਲਿਖੇ, ਜਿਨ੍ਹਾਂ ਦਾ ਦੇਸ਼ ਵਿਦੇਸ਼ ਚ ਮੰਚਨ ਕੀਤਾ ਅਤੇ ਅਣਗਿਣਤ ਪਪੇਟਸ ਪ੍ਰੇਮੀਆਂ ਨੂੰ ਨਿਸਵਾਰਥ ਭਾਵ ਨਾਲ ਇਸ ਕਲਾ ਚ ਟ੍ਰੇਨਿੰਗ ਵੀ ਦਿੱਤੀ। पपेट क्या है? पपेट उसके नाटक का पात्र है। कई देशों का प्रवास किए और वहाँ रामायण और कृष्ण लीला बताई कि जिससे जीने का ढंग उनको लोगों को पता चले। विदेशों में भी पपेट तो है, पर हमारे जो ट्रेडिशनल पपेट है वैसे उनके पास ट्रेडिशन नहीं है। ਮਹੀਪਤ ਜੀ ਨੇ ਕਠਪੁਤਲੀ ਕਲਾ ਨੂੰ ਲੋਕਾਂ 'ਚ ਹਰਮਨ ਪਿਆਰਤਾ ਦਾ ਅਹਿਮ ਮਾਧਿਅਮ ਬਣਾਇਆ ਅਤੇ ਕਠਪੁਤਲੀ ਨਾਟਕਾਂ ਦੇ ਮਾਧਿਅਮ ਨਾਲ ਪਰਿਵਾਰ ਨਿਯੋਜਨ, HIV ਏਡਜ਼, ਵਾਤਾਵਰਣ ਆਦਿ ਵਿਸ਼ਿਆਂ ਤੇ ਕਠਪੁਤਲੀ ਫਿਲਮਾਂ ਅਤੇ ਵੱਖ-ਵੱਖ ਟੈਲੀਵਿਜ਼ਨ ਕਠਪੁਤਲੀ ਲੜੀਵਾਰ ਨਾਟਕਾਂ ਦਾ ਵੀ ਆਯੋਜਨ ਕੀਤਾ ਹੈ। भारत के हर एक राज्य में अपना अपना एक पपेट शो होता है, उनका ट्रेडिशनल है। अब उसका उद्धार करने की ज़रूरत आ पड़ी है, क्योंकि इनको दिखा करके हम बच्चों के संस्कार को सुधार सकते हैं। 1970 से 76 में मैं अहमदाबाद में था, नेशनल इंस्टीट्यूट ऑफ डिज़ाइन, और शाम को दर्पणा एकेडमी ऑफ परफॉर्मिंग आर्ट्स में पपेट सेक्शन था। यहाँ कवि जी भी काम कर रहे थे दर्पणा में मेहरबेन के साथ, और महीपत जी एंड हिज वाइफ लीलाबेन वो वेरी इंस्ट्रूमेंटल इन म्यूज़िक, क्राफ्ट, कॉस्ट्यूम, और ये चीज़ आई थिंक दिस इज़ व्हाट इज़ द गिफ्ट दैट महीपत जी हैज़ गिवन टू अस मॉडर्न पपेटियर्स। और इनमें उन्होंने लोक कथाएँ की है, एपिक्स है, रामायण की भी की है कहानियाँ, और उनकी डिज़ाइन या उनके मटेरियल से जो उनके पास है इससे, तो ही स्पेशल इन दैट। और वी आर वेरी हैप्पी, बहुत ही खुश है कि इट्स ओवर ड्यू, 91 years old and he got the Padma award, so that is very good। ਕਠਪੁਤਲੀ ਕਲਾ ਬਹੁਤ ਹੀ ਪੁਰਾਣੀ ਕਲਾ ਹੈ। 400 ਈਸਾ ਪੂਰਵ ਪਾਣਨੀ ਦੇ ਪ੍ਰਸਿੱਧ ਗ੍ਰੰਥ ਅਸ਼ਟਾਧਿਆਇ ਵਿੱਚ ਵੀ ਕਠਪੁਤਲੀ ਨਾਟਕ ਦਾ ਉਲੇਖ ਮਿਲਦਾ ਹੈ। ਇਸ ਨੂੰ ਲੋਕ ਨਾਟ ਦੀ ਹੀ ਇੱਕ ਸ਼ੈਲੀ ਮੰਨਿਆ ਗਿਆ ਹੈ, ਜਿਹੜੀ ਕਈ ਕਲਾਵਾਂ ਦਾ ਮਿਸ਼ਰਣ ਹੈ, ਜਿਸ ਵਿੱਚ ਲੇਖਨ, ਨਾਟ ਕਲਾ, ਚਿੱਤਰ ਕਲਾ, ਵੇਸ਼ਭੂਸ਼ਾ, ਮੂਰਤੀ ਕਲਾ, ਕਾਸ਼ਟ ਕਲਾ, ਕੱਪੜਾ ਨਿਰਮਾਣ ਕਲਾ, ਰੂਪ ਸੱਜਾ, ਸੰਗੀਤ, ਨ੍ਰਿਤ ਆਦਿ ਸਾਰੇ ਸ਼ਾਮਲ ਨੇ। ਬਦਲਦੇ ਦੌਰ 'ਚ ਇਸ ਪੁਰਾਤਨ ਕਲਾ ਨੂੰ ਸਪਰਿਵਾਰ ਅੱਗੇ ਵਧਾ ਰਹੇ ਨੇ ਮਹੀਪਤ ਕਵੀ। ਕਠਪੁਤਲੀ ਨਾਟ ਕਲਾਕਾਰ ਮਹੀਪਤ ਕਵੀ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਇਹ ਹੈ ਆਦੀਵਾਸੀ ਖੇਤਰ ਦੀ ਖੂਬਸੂਰਤ ਚਿੱਤਰਕਲਾ ਅਤੇ ਇਸ ਤਰ੍ਹਾਂ ਦੀ ਆਦੀਵਾਸੀ ਚਿੱਤਰਕਲਾ ਤੁਹਾਨੂੰ ਲੋਕਾਂ ਨੂੰ ਅਮੂਮਨ ਆਦੀਵਾਸੀ ਖੇਤਰਾਂ 'ਚ, ਜਨਜਾਤੀ ਖੇਤਰਾਂ 'ਚ ਘਰਾਂ ਦੀਆਂ ਦੀਵਾਰਾਂ ਤੇ ਕਰਦੇ ਹੋਏ ਦਿਖ ਜਾਂਦੀਆਂ ਨੇ ਮਹਿਲਾਵਾਂ। ਲੇਕਿਨ ਅੱਜ ਇਸ ਤਰ੍ਹਾਂ ਦੀ ਚਿੱਤਰਕਾਰੀ ਦੇ ਮਾਧਿਅਮ ਨਾਲ ਆਦੀਵਾਸੀ ਖੇਤਰ ਦੀਆਂ ਮਹਿਲਾਵਾਂ ਰੋਜ਼ੀ ਰੋਟੀ ਵੀ ਕਮਾ ਰਹੀਆਂ ਨੇ, ਨਾਂ ਵੀ ਕਮਾ ਰਹੀਆਂ ਨੇ ਅਤੇ ਪਾ ਰਹੀਆਂ ਨੇ ਪਦਮ ਪੁਰਸਕਾਰ।
ਮੱਧ ਪ੍ਰਦੇਸ਼ ਦੇ ਉਮਰੀਆ ਦੇ ਇੱਕ ਛੋਟੇ ਜਿਹੇ ਪਿੰਡ ਲੋਡਾ ਦੀ ਰਹਿਣ ਵਾਲੀ ਜੁਦਈਆ ਬਾਈ ਬੈਗਾ 83 ਸਾਲ ਦੀ ਉਮਰ ਵਿੱਚ ਵੀ ਉਸ ਦੇ ਹੱਥ ਕੈਨਵਸ ਤੇ ਖੂਬਸੂਰਤ ਚਿੱਤਰ ਉਕੇਰ ਰਹੇ ਨੇ। ਖਤਮ ਹੁੰਦੀ ਬੈਗਾ ਚਿੱਤਰਕਲਾ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਦਿਲਵਾਉਣ ਵਾਲੀ ਜੁਦਈਆ ਬਾਈ ਦਾ ਜੀਵਨ ਦੁੱਖਾਂ ਨਾਲ ਭਰਿਆ ਰਿਹਾ ਹੈ। ਉਹ 30 ਸਾਲ ਦੀ ਸੀ ਜਦੋਂ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ। ਮਜ਼ਦੂਰੀ ਕਰਕੇ ਪਾਥੀਆਂ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। 67 ਸਾਲ ਦੀ ਉਮਰ 'ਚ ਚਿੱਤਰਕਾਰ ਆਸ਼ੀਸ਼ ਸਵਾਮੀ ਨੇ ਪੇਂਟਿੰਗ ਦੇ ਲਈ ਹੱਲਾਸ਼ੇਰੀ ਦਿੱਤੀ ਅਤੇ ਫਿਰ ਜੁਦਈਆ ਬਾਈ ਨੇ ਮੁੜ ਕੇ ਨਹੀਂ ਦੇਖਿਆ। आशीष स्वामी यह जोड़े कि तुमको तकलीफ बहुत है, तुम मेरे यहाँ काम करो। हम बोले कि ये काम नहीं कर पाएंगे हम। गुरु कहीं नहीं, करो गोबर वोबर से मिट्टी इट्टी से करो, बिगड़ेगा तो बिगड़ेगा, करो नहीं जरूरी नहीं है। फिर करते करते वो हम गोबर लिपाई कराए, सफ़ेद मिट्टी लिपाई कराए। वो हम से फिर कहीं नहीं, अब तुम लौकी तुराई में करो। तो लौकी तुराई में करने लगे। लौकी तुराई से करते करते फिर कहा कागज़ देने लगे। हम कहीं नहीं बनेगा, कहीं नहीं, फेंक देंगे फाड़ के, बनाओ बनेगा, ले बेरस ले लियो। बेरस से करने लगे धीरे धीरे। वो करते करते फिर कैनवस देने लगे छोटे छोटे। वो हमसे अब बड़े बड़े आ गए थे। ਬੈਗਾ ਆਦੀਵਾਸੀ ਸਮੁਦਾਇ ਦੇ ਵਿੱਚ ਬੈਗਾ ਚਿੱਤਰਕਲਾ ਦੀ ਇੱਕ ਪੁਰਾਣੀ ਪਰੰਪਰਾ ਹੈ। ਬੈਗਾ ਚਿੱਤਰਕਲਾ 'ਚ ਕਲਪਨਾ ਦੇ ਆਧਾਰ ਤੇ ਦੇਵੀ ਦੇਵਤਾਵਾਂ, ਪੇੜ ਪੌਦੇ, ਨਦੀ, ਪਹਾੜ ਆਦਿ ਚਿੱਤਰਾਂ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ। जब तक हाथ पाँव मेरा चलता है तो आराम ना चाहिए, तब तो फिर मैं चाहे घर रहूँ कहूँ रहूँ, मेरे को जो काम करता हूँ तो वो काम में ध्यान रहती। रात में सपना आ जाता, रात में बनाने लगती सपना में। जोधाया बायगा इज़ ऑल्सो फ्रॉम जो मध्य प्रदेश से है और काफ़ी लेट उम्र में उन्होंने पेंटिंग शुरू की है। अगेन आई थिंक गोंड एरिया मध्य प्रदेश, और इन्होंने भी शी यूज्ड टू सेल वुड, काउडंग केक्स, और आखिरी में व्हेन शी मेट वन ऑफ द सीनियर आर्टिस्ट फ्रॉम भारत कला भवन एंड शांति निकेतन, उन्होंने उनको इन्फ्लुएंस किया कि आप स्टार्ट पेंटिंग। शी स्टार्टेड पेंटिंग ऑन फ्लोर्स, रंगोली, वॉल्स, वुड, और आहिस्ते आहिस्ते पेपर और कैनवस। इन सब में एक चीज़ जुड़ी है जो नैरेटिव की बात है। कोई पपेट्स मूव होते हैं, कोई स्टैटिक है, कोई 3 डिमेंशनल है, कोई 2 डिमेंशनल है। और इनमें व्हाट इज़ गुड अबाउट दीज आर्टिस्ट कि उन्होंने खुद अपने एरिया की कला को मतलब बाहर निकाला है एंड दे हैव स्पेशलाइज्ड। ਅੱਜ ਜੁਦਈਆ ਬਾਈ ਨੇ ਇਸ ਕਲਾ ਦੇ ਮਾਧਿਅਮ ਨਾਲ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਜੁਦਈਆ ਬਾਈ ਯੁਵਾ ਪੀੜ੍ਹੀ ਨੂੰ ਵੀ ਇਸ ਟ੍ਰਾਈਬਲ ਆਰਟ ਨਾਲ ਰੂਬਰੂ ਕਰਾ ਰਹੀ ਹੈ। ਆਦੀਵਾਸੀ ਚਿੱਤਰਕਾਰ ਜੁਦਈਆ ਬਾਈ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਲਈ ਹਾਰਦਿਕ ਵਧਾਈ। ਇਸ ਤਰ੍ਹਾਂ ਦੇ ਲੂਮਸ ਤੇ ਬਣਾਏ ਜਾਂਦੇ ਨੇ ਬਿਹਤਰੀਨ ਹੈਂਡਲੂਮ ਦੇ ਉਤਪਾਦ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਸੂਬੇ ਦੀ ਆਪਣੀ ਜੀਵੰਤ ਬੁਣਾਈ ਕਲਾ ਹੈ। ਜਿਸ ਤਰ੍ਹਾਂ ਉੜੀਸਾ ਦੀ ਇੱਕਤ, ਬੰਗਾਲ ਦੀ ਯਾਮਦਨੀ, ਤਾਮਿਲਨਾਡੂ ਦੀ ਕਾਂਚੀਪੁਰਮ ਆਦਿ। ਲੇਕਿਨ ਕਈ ਸੂਬੇ ਇਸ ਤਰ੍ਹਾਂ ਦੇ ਵੀ ਨੇ ਜਿੱਥੋਂ ਦੀ ਵਿਰਾਸਤੀ ਬੁਣਾਈ ਕਲਾ ਅਲੋਪ ਹੋਣ ਦੀ ਕਗਾਰ ਤੇ ਹੈ। ਜਿਵੇਂ ਨਾਗਾਲੈਂਡ ਦੀ ਬੁਣਾਈ ਕਲਾ, ਜਿੱਥੋਂ ਨਿਹੁਨੀਓ ਸੁਰਹੀਏ ਵਰਗੀਆਂ ਔਰਤਾਂ ਇਸ ਬੁਣਾਈ ਕਲਾ ਨੂੰ, ਜੋ ਰਵਾਇਤੀ ਕਲਾ ਰਹੀ ਹੈ, ਸਦੀਆਂ ਤੋਂ ਸਹੇਜ ਰਹੀਆਂ ਨੇ ਅਤੇ ਨਾਲ ਹੀ ਨੌਜਵਾਨਾਂ ਨੂੰ ਵੀ ਇਸ ਦੀ ਸਿਖਲਾਈ ਦੇ ਰਹੀਆਂ ਨੇ ਅਤੇ ਆਪਣੀਆਂ ਇਹਨਾਂ ਕੋਸ਼ਿਸ਼ਾਂ ਲਈ ਪਾ ਰਹੀਆਂ ਨੇ ਪਦਮ ਸ਼੍ਰੀ ਦਾ ਸਨਮਾਨ। ਨਾਗਾਲੈਂਡ ਦੀ ਕੋਹਿਮਾ ਦੀ ਪ੍ਰਸਿੱਧ ਬੁਨਕਰ ਕਾਰੀਗਰ ਨੇ ਨੋਹਿਨੀਓ ਸੁਰਹੀਏ, ਜਿਹੜੇ ਦੀ ਨਾਗਾਲੈਂਡਜ਼ ਮਾਸਟਰ ਵੀਵਰ ਦੇ ਨਾਮ ਨਾਲ ਪ੍ਰਸਿੱਧ ਨੇ। ਅੰਗਾਮੀ ਸਮੁਦਾਇ ਦੀ ਨੋਹਿਨੀਓ ਨੇ 4 ਸਾਲ ਦੀ ਉਮਰ 'ਚ ਆਪਣੀ ਮਾਂ ਅਤੇ ਮਾਸੀ ਕੋਲੋਂ ਬੁਣਾਈ ਦੀ ਕਲਾ ਸਿੱਖੀ। 6 ਸਾਲ ਦੀ ਉਮਰ ਤੱਕ ਉਹ ਕੱਪੜੇ ਬੁਣ ਸਕਦੀ ਸੀ, ਜਿਹੜੀ ਇੱਕ ਵੱਡੀ ਉਪਲਬਧੀ ਸੀ ਕਿਉਂਕਿ ਬੁਣਾਈ ਨਾਗਾ ਮਹਿਲਾਵਾਂ ਦਾ ਇੱਕ ਪ੍ਰਮੁੱਖ ਕਿੱਤਾ ਮੰਨਿਆ ਜਾਂਦਾ ਸੀ। Après, je fais des dessins, pas chier.
my first to ama ye man thank you ama to na thank you be mo ye man ba ka mi kai di she kuri bi kwa to na aro ma la anti ye be man kusi man thank you ke aro isoro ki man bi mo ye mo ram na ya aro ko me na fin dia du ki man bi mo ne ki mo ram kuri da mo itu abi te ke ki la man ne de te kan ki facility bi si de 만약에 이거 보다 트레이닝 미디에 어로이도 보래 내가 이제 이거를 뭐비 뭐나 सिलेरी मिसना पड़ जाए ये बड़ा खुशी लगे ਆਪਣੀ ਸੱਭਿਆਚਾਰਕ ਵਿਭਿੰਨਤਾ ਲਈ ਮਸ਼ਹੂਰ ਨਾਗਾਲੈਂਡ 'ਚ ਬੁਣਾਈ ਸ਼ੁਰੂ ਤੋਂ ਹੀ ਕਾਫੀ ਪ੍ਰਚਲਿਤ ਰਹੀ ਹੈ। ਹਰੇਕ ਨਾਗ ਮਹਿਲਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸ ਨੂੰ ਕਤਾਈ ਅਤੇ ਬੁਣਾਈ ਦੀ ਜਾਣਕਾਰੀ ਹੋਵੇ। 아마도 couple bene 되게 또 뭐게 수다 미라보다 start 하기나 4 years nisna para start korea 수비시 뒤비체데 만 저도 벨 베나오데 이까지시 물라가 바나도 이티아도 럽살 비시 나가 마누도 마이키 감비 모타 감비 pwede mekan forefathers kan traditional naga kapur banakan aromata kan bi parua banakan kiki blacksmith itu kan bi imang so makan do managi depend na kuredo hunishe aroma kan bi diki tage lebi itia top tu chokra chukri hobi ko monde ne itu kan benabo janile ko na jani ata ni ka kan benaishe magana roi tu janile polanis na forefathers kan ko na jani ke na educated na ke na itu kan benabo le hikishinagi ajigali tu kan tu hikilebi kamnai lebi itu kan jani ko lebi sorom itanis na niga babianis na mishe itu kan mo tu pamisa ke aru itu ki hobi nangor manu hobi BC kuribi MBA kuribi PhD kuribi IS kuribi kuribi bakan traditional lagadu kine가 बनावो itu तो सब जानी था कि बोलेंगे न्यू सोरी को मुबारक। ये जो हैंडलूम का काम आगे बढ़ा रही हैं ये बहुत जरूरी है कि ये जो वहाँ की ट्रेडिशन है जो विमेन काफी सालों से मेरा ख्याल है सेंचुरी से करती आई हैं वो ऐसे ऐसे मशीन के बनते हुए फैब्रिक्स की वजह से खत्म होती जा रही थी और ये एक तो अपनी इनकम बढ़ाती है लेडीज की और उनके जो ट्रेडिशनल गारमेंट्स वो पहनती हैं वो भी आगे ही चढ़ते जाएंगे या ये ट्रेडिशन लगी रहेगी। मेरा ख्याल है ये नैरो लूम्स पे ये काम होता है और ये नैरो जो लूम्स हैं वो इंडिया में खास करके कमती होती जा रही है और इसका अपना जो खासियत है उस अपनी डिजाइन्स हैं वो जो मैट्रिक्स जो बनाती हैं उसको बढ़ावा देने के लिए बहुत जरूरी है कि अपना जिसको आता है वो अपनी नॉलेज आगे भी दे और बढ़ाए। इनको बहुत बहुत मुबारक ये पद्मश्री के लिए। ਸਮੇਂ ਦੇ ਨਾਲ ਖਤਮ ਹੋ ਰਹੀ ਇਸ ਵਿਰਾਸਤੀ ਬੁਣਾਈ ਕਲਾ ਨੂੰ ਸਹੇਜ ਕੇ ਨੌਜਵਾਨਾਂ ਨੂੰ ਟ੍ਰੇਨਡ ਕਰ ਰਹੀਆਂ ਨੇ। ਨੂਹਿਨੀਓ ਸੁਰਹਈਏ ਅਤੇ ਉਹਨਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਜਾ ਰਿਹਾ ਹੈ। ਕਾਰੀਗਰ ਨੂਹਿਨੀਓ ਸੁਰਹਈਏ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਪਦਮ ਪੁਰਸਕਾਰ ਦਾ ਇਹ ਸਫ਼ਰ ਜਾਰੀ ਹੈ पर फिलहाल वक्त है एक ब्रेक का। तुसी देखते रहो हमारे पदम।
ਸੱਭਿਆਚਾਰ 'ਚ ਦੇਖੀਏ ਤਾਂ ਲੋਕ ਸਾਹਿਤ ਦੇ ਮਾਧਿਅਮ ਨਾਲ ਜਾਂ ਵੱਖ-ਵੱਖ ਲੋਕ ਕਲਾਵਾਂ ਦੇ ਮਾਧਿਅਮ ਨਾਲ ਪ੍ਰਭੂ ਦੀ ਕਥਾ ਸੁਣਾਉਣ ਦੀ ਪਰੰਪਰਾ ਰਹੀ ਹੈ। ਲੇਕਿਨ ਆਂਧਰ ਪ੍ਰਦੇਸ਼ ਦੀ ਹਰੀ ਕਥਾ ਆਪਣੇ ਆਪ 'ਚ ਬੇਹੱਦ ਖਾਸ ਹੈ। ਇਹ ਬਹੁਤ ਪੁਰਾਣੀ ਪਰੰਪਰਾ ਹੈ, ਜਿਸ ਨੂੰ ਪਿਛਲੇ 80 ਸਾਲਾਂ ਤੋਂ ਕੋਟਾ ਸਚਿਦਾਨੰਦ ਸ਼ਾਸਤਰੀ ਅੱਗੇ ਵਧਾ ਰਹੇ ਨੇ ਅਤੇ ਉਹ ਇਸ ਤਰ੍ਹਾਂ ਦੇ ਪਹਿਲੇ ਹਰੀ ਕਥਾ ਕਲਾਕਾਰ ਨੇ ਜਿਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ ਪਦਮ ਸ਼੍ਰੀ ਸਨਮਾਨ। ਪ੍ਰਸਿੱਧ ਹਰੀ ਕਥਾ ਕਲਾਕਾਰ ਵਿੱਚੋਂ ਇੱਕ ਨੇ ਆਂਧਰ ਪ੍ਰਦੇਸ਼ ਦੇ ਕੋਟਾ ਸਚਿਦਾਨੰਦ ਸ਼ਾਸਤਰੀ, ਜਿਨ੍ਹਾਂ ਨੂੰ ਛੋਟੀ ਉਮਰ 'ਚ ਹਰੀ ਕਥਾ ਦੀ ਕਲਾ 'ਚ ਟ੍ਰੇਨਿੰਗ ਹਾਸਲ ਹੈ। ਸਿਰਫ ਤੀਸਰੀ ਜਮਾਤ ਤੱਕ ਸਿੱਖਿਆ ਪ੍ਰਾਪਤ ਸ਼ਾਸਤਰੀ ਜੀ ਦੀ ਭਾਸ਼ਾ ਤੇ ਬਹੁਤ ਮਜ਼ਬੂਤ ਪਕੜ ਹੈ, ਜਿਸ ਨੇ ਉਹਨਾਂ ਨੂੰ ਕਲਾ 'ਚ ਪ੍ਰਸਿੱਧ ਬਣਾ ਦਿੱਤਾ ਅਤੇ ਉਹ ਪਿਛਲੇ 80 సాల ਤੋਂ ਇਸ కళ ਨੂੰ ਵਧਾ ਰਹੇ ਨੇ। దీని మీదనే మా ఇళ్ళల్లో జరిగే శుభకార్యాల్లో ఇది ఒక స్మాల్ ప్రోగ్రామ్గా చెప్పాను. ఆ తర్వాత మా నాయనగారు పోయేటప్పటికి నాకు 14 ఏడే. వారు పోయిన తర్వాత నాకు ఏ చదువు లేదు, సంస్కారం లేదు, ఏం రాదు. అందుకని ఇది ఒక చిన్న వృత్తిగా 4 మాటలు చెప్పడం మొదలెట్టాను. తర్వాత ఏమీ రాదు, ఎక్కడ నేర్చుకోలేదు. కానీ సినిమాలు అవి చూడడం, లేదా నాటకాలు చూడడం, బుర్రకథలు వినటం, ఇలాంటివన్నీ చేస్తూ ఉండి ఊరికే యాచించడం బాగుండదు కదా అని ఏదో వ్యాపకంగా 4 మాటలు చెప్పి 4 పాటలు పాడి చెప్పేవాడు. सच्चिदानंद शास्त्री एक हरी कथा आर्टिस्ट है और हरी कथा भी एक नैरेटिव फॉर्म है, एक ड्रामा फॉर्म है, एक स्टोरी टेलिंग फॉर्म है जो कथावाचक है और जो हम सूत्रधार कहते हैं, ये भी पपेट्री से लिंक्ड है। ये शब्द ही सूत्रधार, जो हु होल्ड्स द स्ट्रिंग्स, जिसके हाथ में धागे है या सूत है, कम्स फ्रॉम मे बी स्ट्रिंग पपेट्स, बट ये कथाकार है और नरेटर बोला जाता है अंग्रेज़ी में थिएटर का। सो पूरी जो आर्ट फॉर्म्स जो है इन सम वे इज़ रिलेटेड, जो पेंटिंग है या थिएटर है, डांस है, पपेट्री है, ये सब चीज़ें कहीं ना कहीं एक मेल मिलता है। हम लोग आजकल उनको एक अलग अलग डब्बे में डाल देते हैं कि दिस इज़ डांस, दिस इज़ पपेट्री, दिस इज़ पेंटिंग, बट मूल चीज़ जो है, जो कहानी किस तरह हम कह सकते हैं, और ये डायरेक्टर या आर्टिस्ट के ऊपर है। एक आर्टिस्ट पपेटियर हो सकता है, एक कलावाचक मतलब पेंटर हो सकते हैं, कोई स्कल्प्टर, कोई नाटक कर सकते हैं। हरी कथा ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਮਹਾਰਿਸ਼ੀ ਨਾਰਦ ਹਰੀ ਕਥਾ ਦੇ ਆਦਰਸ਼ ਸਨ। ਹਰੀ ਕਥਾ ਆਂਧਰ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਪ੍ਰਚਲਿਤ ਕਹਾਣੀ, ਕਵਿਤਾ, ਸੰਗੀਤ, ਨਾਟਕ, ਨ੍ਰਿਤ ਅਤੇ ਦਰਸ਼ਨ ਨਾਲ ਬਣਿਆ ਇੱਕ ਕਲਾ ਰੂਪ ਹੈ। జగతిని గంధర్వ రాక్షస వివాహ బోలుత్తమములు ਪ੍ਰਾਚੀਨ ਸਮੇਂ 'ਚ ਹਰੀ ਕਥਾ ਮਨੋਰੰਜਨ ਦੀ ਇੱਕ ਹਰਮਨ ਪਿਆਰੀ ਲੋਕ ਕਲਾ ਸੀ, ਜਿਹੜੀ ਸਿੱਖਿਅਕ ਅਤੇ ਧਾਰਮਿਕ ਮੁੱਲ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਮਾਧਿਅਮ ਸੀ। ਅੱਜ ਇਸ ਕਲਾ ਨੂੰ ਸੁਰੱਖਿਅਤ ਕਰਕੇ ਇਸ ਨੂੰ ਪ੍ਰੋਤਸਾਹਿਤ ਕਰ ਰਹੇ ਨੇ ਕੋਟਾ ਸਚਿਦਾਨੰਦ ਸ਼ਾਸਤਰੀ। లక్ష్మణ విద్యుద్ధ లక్ష్మణ దురంగం లక్ష్మణ మూర్ఛ సంరక్షణ హృదయం ਹਰੀ ਕਥਾ ਕਲਾਕਾਰ ਕੋਟਾ ਸਚਿਦਾਨੰਦ ਸ਼ਾਸਤਰੀ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਲਈ ਹਾਰਦਿਕ ਵਧਾਈ। ਆਦੀਵਾਸੀ ਕਲਾਵਾਂ ਦੇ ਵੀ ਕਈ ਰੰਗ ਹੁੰਦੇ ਨੇ ਅਤੇ ਹਰ ਰੰਗ ਆਪਣੇ ਆਪ 'ਚ ਬੇਹੱਦ ਖਾਸ, ਬੇਹੱਦ ਚਟਕੀਲਾ। ਇਸ ਤਰ੍ਹਾਂ ਦਾ ਹੀ ਇੱਕ ਰੰਗ ਹੈ ਆਦੀਵਾਸੀ ਗੁੱਡੇ ਗੁੱਡੀਆਂ ਬਣਾਉਣ ਦੀ ਕਲਾ ਦਾ ਰੰਗ, ਜਿਹੜੀ ਪ੍ਰਾਚੀਨ ਪਰੰਪਰਾ ਰਹੀ ਹੈ ਲੇਕਿਨ ਸਮੇਂ ਦੇ ਨਾਲ ਖਤਮ ਹੋ ਰਹੀ ਸੀ। ਮੱਧ ਪ੍ਰਦੇਸ਼ ਦੇ ਝਾਬੂਆ ਦੇ ਰਮੇਸ਼ ਪਰਮਾਰ ਅਤੇ ਸ਼ਾਂਤੀ ਪਰਮਾਰ ਉਹ ਦੰਪਤੀ ਨੇ ਜਿਹੜੇ ਅੱਜ ਦੇ ਦੌਰ 'ਚ ਇਸ ਪ੍ਰਾਚੀਨ ਕਲਾ ਨੂੰ ਅੱਗੇ ਵਧਾ ਰਹੇ ਨੇ ਅਤੇ ਪਾ ਰਹੇ ਨੇ ਪਦਮ ਸ਼੍ਰੀ ਦਾ ਸਨਮਾਨ। ਰੰਗ ਬਰੰਗੀ ਪੋਸ਼ਾਕਾਂ ਪਾਈਆਂ ਗੁੱਡੇ ਗੁੱਡੀਆਂ, ਕਿਧਰੇ ਸਿਰ ਤੇ ਟੋਕਰੀ ਚੁੱਕੇ ਮਹਿਲਾ ਤੇ ਕਿਧਰੇ ਢੋਲ ਵਜਾਉਂਦਾ ਮੋਢੇ ਤੇ ਧਨੁਸ਼ਬਾਨ ਰੱਖੇ ਪੁਰਸ਼।
हर गुड्डे मनो अपनी अपनी कहानी दसण नूं उत्सुक। इस आदिवासी हस्तशिल्प कला नूं सहेज के अगे वधा रहे ने रमेश परमार अते उन्हां दी पत्नी शांति परमार। जेब च पैसे नहीं सन तां लोकां कोलों कतरा मंग के आदिवासी गुड्डे गुड्डियां बनाउण दा काम शुरू कीता। हत्थ नाल ही गुड्डे गुड्डियां उन्हां दीयां छोटियां छोटियां पोशाकां आदि तैयार करदे। 30 साਲਾਂ ਤੋਂ ਆਦੀਵਾਸੀ ਖੇਤਰ ਝਾਬੂਆਂ ਦੀ ਲੋਕ ਸੱਭਿਆਚਾਰ ਦੇ ਪ੍ਰਤੀਕ ਆਦੀਵਾਸੀ ਗੁੱਡੇ ਗੁੱਡੀਆਂ ਬਣਾਉਣ ਦੀ ਲੋਕ ਕਲਾ ਨੂੰ ਜੀਵਿਤ ਰੱਖਣ ਦੀਆਂ ਕੋਸ਼ਿਸ਼ਾਂ ਦੇ ਲਈ ਇਹ ਹਸਤਸ਼ਿਲਪ ਦੰਪਤੀ ਪ੍ਰਾਪਤ ਕਰ ਰਹੇ ਨੇ पद्म श्री पुरस्कार का सम्मान। पद्मश्री पुरस्कार मिलने की घोषणा के बाद हमें बहुत अच्छा लग रहा है और हमारे परिवारों में भी अच्छा लग रहा है। मैं अनुसूचित जाति दलित वर्ग से हूँ। झाबुआ जिले की एक परंपरा है आदिवासी गुड़िया निर्माण का। वैसे तो देखा जाए तो 1965 से चल रहा है, लेकिन हम लोग 93 से 30 वर्ष हो गए हैं। 93 में उद्यमिता विकास केंद्र TCPC में वैकेंसी निकली थी कि यहाँ पर आदिवासी गुड़ियाओं का ट्रेनिंग दिया जाना है। तो हमारी पत्नी शांति बाई को 6 माह का आदिवासी गुड़िया ट्रेनिंग दिलवाया। 6 महीने की ट्रेनिंग के बाद हम लगातार आदिवासी गुड़िया का काम करते आ रहे हैं। और उस समय गरीबी हालत के कारण हम कपड़ा ले नहीं पाते थे, तो टेलर लोगों से कतरन ले आते थे, उसमें से बड़े बड़े कपड़े के टुकड़े निकलते थे, उससे भी गुड़िया बनाते थे और पुराने कपड़ों से भी गुड़िया बना देते थे। दहाकियां तो अपनी लगन मेहनत दे जोर ते इस कला नूं जीवित रखते हुए खुद ते आत्मनिर्भर बने ही होर लोकां नूं भी इस कला दी ट्रेनिंग दे के आत्मनिर्भरता दी राह दिखा रहे ने। रोजी रोटी दे बेहतर मौके दे रही है ये पारंपरिक कला, जिहड़ी हुण हो रही है लोकल तो ग्लोबल। हम भी चाहते हैं कि बेरोजगार लोग भी इसमें आगे आएं ऐसा, और इसलिए हमने हमारी पत्नी को आदिवासी गुड़िया का प्रशिक्षण दिलवाया था। आदिवासी गुड़िया बनाना हैंडीक्राफ्ट से अन्य हैंडीक्राफ्ट से अपन बनाते हैं, उसकी काफ़ी डिमांड है। जैसे हम उदाहरण के लिए बाग में जो बाग प्रिंट कपड़ा है उसकी काफ़ी डिमांड है, और इसी तरह से हमारे झाबुआ जिले में आदिवासी गुड़िया की भी काफ़ी डिमांड है। अभी हम एक बार अहमदाबाद जो अंतरिक्ष अनुसंधान एकांश जहाँ पर रॉकेट बनाए जाते हैं, वैज्ञानिक लोग रहते हैं, वहाँ प्रफुल्ल भावसार जी ने बुलाए थे, तो वहाँ पर हमारी 2.5 घंटे में सारी गुड़ियाएँ बिक गई। हमारी ये गुड़ियाएँ शारजाह है, दुबई है, जर्मनी तक गई है। इस साल रमेश और शांति परमार जो झाबुआ से है मध्य प्रदेश में, और उनको मिला है पद्मश्री, और द अवार्ड दे हैव गॉट इज़ ऑन ट्राइबल और फोकलोर डॉल्स। एंड ये डॉल्स बहुत ही पॉपुलर हो गए हैं एंड इट इज़ एक इनकम जनरेशन चीज़ हो गई है। वहाँ उन्होंने एक महिला ग्रुप शुरू किया है शायद, और लोकल मटेरियल से, विच इज़ इम्पोर्टेंट। मेन थिंग इज़ कि to start a group in a small area और इनको इनकम जनरेशन हो रही है महिलाओं को, that is important। आदिवासी गुड़िया हस्तशिल्प ਦਾ ਕਦੀ ਸਿਰਫ ਪੀਲ ਅਤੇ ਪਿਲਾਲਾ ਅਨੁਸੂਚਿਤ ਜਾਤੀ ਵੱਲੋਂ ਅਭਿਆਸ ਕੀਤਾ ਜਾਂਦਾ ਸੀ, ਲੇਕਿਨ ਅੱਜ ਝਾਬੂਆਂ 'ਚ ਇਹ ਕਲਾ ਸਾਰੇ ਸਮੂਹਾਂ ਦੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਇਸ ਆਦੀਵਾਸੀ ਗੁੜੀਆਂ ਨੂੰ ਹੁਣ ਜਿਓਗ੍ਰਾਫਿਕਲ ਇੰਡੀਕੇਸ਼ਨ यानी GI टैग दिते जाने ते विचार किया जा रहा है। खानदानी एक हैंडीक्राफ्ट हो गया। अब मेरे बाद हमारे लड़कों को बनाना है, 2 लड़के हैं, लड़के की बहुएं हैं, लड़के के लड़के हैं, परिवार के सभी लोग आदिवासी गुड़िया बनाते हैं, और हम चाहते हैं कि ये आदिवासी गुड़िया विलुप्त ना होना चाहिए। हस्तशिल्पकार रमेश परमार ते शांति परमार नूं पद्म श्री पुरस्कार लई हार्दिक बधाई। ਸਾਡਾ ਸੱਭਿਆਚਾਰ, ਸਾਡੀਆਂ ਪਰੰਪਰਾਵਾਂ, ਸਾਡੀ ਵਿਰਾਸਤ, ਇਹਨਾਂ ਦੀ ਜ਼ਿੰਮੇਵਾਰੀ ਚੁੱਕਣਾ, ਇਹਨਾਂ ਨੂੰ ਅੱਗੇ ਵਧਾਉਣਾ ਆਸਾਨ ਨਹੀਂ ਹੁੰਦਾ, ਲੇਕਿਨ ਸਾਡੇ ਦੇਸ਼ ਦੀਆਂ ਕਿੰਨੀਆਂ ਹੀ ਹਸਤੀਆਂ ਨੇ ਜਿਹੜੀਆਂ ਇਹ ਕਰ ਰਹੀਆਂ ਨੇ ਅਤੇ ਪਾ ਰਹੀਆਂ ਨੇ ਪਦਮ ਸ਼੍ਰੀ ਦਾ ਸਨਮਾਨ। ਇਸ ਕੜੀ 'ਚ ਅਸੀਂ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਹੀ ਹਸਤੀਆਂ ਨਾਲ ਰੂਬਰੂ ਕਰਵਾਉਂਦੇ ਰਹਾਂਗੇ, ਲੇਕਿਨ ਫਿਲਹਾਲ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।